Hello दोस्तों, welcome to City Punjab. So today we are going to discuss the current affairs that are relevant from 7th to 11th October. ਜਿਹੜੇ ਵੀ important current affairs ਹੈ ਸਾਰੇ cover ਕਰਾਂਗੇ। ਉਸ ਤੋਂ ਪਹਿਲਾਂ I like to tell you that we are running a lot of programs for you. Already mentorship program complete ਹੋ ਚੁੱਕਿਆ ਹੈ ਜਿਹੜਾ ਤੁਹਾਡੀ preparation ਨੂੰ transform ਕਰ ਸਕਦਾ ਹੈ। Self study ਵਿੱਚ help ਕਰੇਗਾ but ਤੁਹਾਨੂੰ 100% results ਲਿਆਉਣ ਵਿੱਚ ਵੀ help ਕਰੇਗਾ। ਇੱਕ topper ਦੀ guidelines ਹੈ that I have followed to achieve rank 19 and it can help you also to achieve the same. ਸੋ ਜ਼ਰੂਰ ਇਹਦੀਆਂ ਡਿਟੇਲਸ ਦੇਖੋ। ਤੁਹਾਨੂੰ ਕੋਈ ਵੀ ਡਾਊਟ ਹੋਵੇ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ ਐਟ ਦਿਸ ਨੰਬਰ ਵਿਲ ਬੀ देयर ਟੂ ਹੈਲਪ ਯੂ ਰਾਈਟ। ਉਸ ਤੋਂ ਬਾਅਦ ਅਗਰ ਤੁਸੀਂ ਆਪਦੀ ਰਿਵੀਜ਼ਨ ਕਰਨਾ ਚਾਹੁੰਦੇ ਹੋ ਆਪਦੇ ਆਪ ਨੂੰ ਟੈਸਟ ਕਰਨਾ ਚਾਹੁੰਦੇ ਹੋ ਕਿ ਪੰਜਾਬ ਪੀਸੀਐਸ ਅਗਰ ਡਿਕਲੇਅਰ ਹੋ ਵੀ ਜਾਂਦਾ ਹੈ ਤਾਂ ਤੁਸੀਂ ਕਿੱਥੇ ਖੜੋਗੇ, ਪ੍ਰੀਲਿਮਸ ਕਲੀਅਰ ਕਰ ਵੀ ਪਾਉਂਗੇ ਕਿ ਨਹੀਂ, ਤਾਂ ਇਹ ਟੈਸਟ ਸੀਰੀਜ਼ ਜ਼ਰੂਰ ਲਗਾਓ। ਤੁਹਾਡੀ ਪ੍ਰੈਕਟਿਸ ਤੁਹਾਡੀ ਰਿਵੀਜ਼ਨ ਸਾਰੇ ਸਿਲੇਬਸ ਦੀ ਕਰਾਉਣ ਵਿੱਚ ਇਹ ਬਹੁਤ ਹੈਲਪ ਕਰੇਗੀ ਰਾਈਟ। ਅਗਰ ਤੁਸੀਂ ਜੀਐਸ ਕੋਰਸ ਲੈਣਾ ਚਾਹੁੰਦੇ ਹੋ ਤਾਂ ਵੀ ਸਾਡੇ ਕੋਲ ਕੋਰਸ ਅਵੇਲੇਬਲ ਹੈ। ਤੁਹਾਨੂੰ ਹੋਰ ਕੋਈ ਵੀ ਅਸਿਸਟੈਂਸ ਚਾਹੀਦੀ ਹੈ, ਤੁਸੀਂ ਕੋਈ ਪਾਰਟਿਕੂਲਰ ਕੋਰਸ ਚਾਹੁੰਦੇ ਹੋ, ਤੁਸੀਂ ਕੋਈ ਪਾਰਟਿਕੂਲਰ ਪ੍ਰੋਗਰਾਮ ਚਾਹੁੰਦੇ ਹੋ, ਜਸਟ ਮੈਸੇਜ ਅਸ ਔਨ ਦਿਸ ਨੰਬਰ ਵਿਲ ਬੀ देयर ਟੂ ਹੈਲਪ ਯੂ ਅਸਿਸਟ ਯੂ। ਤੁਹਾਡੇ ਲਈ ਕੋਰਸ ਵੀ ਬਣਾ ਦਿੱਤਾ ਜਾਏਗਾ ਰਾਈਟ। ਜਸਟ ਮੈਸੇਜ ਅਸ ਵਿਦ ਯੋਰ ਰਿਕੁਆਇਰਮੈਂਟਸ ਤਾਂ ਹੀ ਸਾਨੂੰ ਪਤਾ ਚੱਲੇਗਾ। ਐਂਡ ਆਲਸੋ ਜਿਹੜੇ ਬੱਚਿਆਂ ਨੇ ਸਾਡਾ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ ਹੈ ਪਲੀਜ਼ ਚੈੱਕ ਦ ਡਿਸਕ੍ਰਿਪਸ਼ਨ ਬਾਕਸ, ਉੱਥੇ ਤੁਹਾਨੂੰ ਲਿੰਕ ਮਿਲ ਜਾਏਗਾ। ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ। ਸਾਰੀ ਇੰਪੋਰਟੈਂਟ ਅਪਡੇਟਸ ਜਿਹੜੇ ਹੈ ਇਸ ਚੈਨਲ ਦੇ ਥਰੂ ਅਸੀਂ ਡਿਲੀਵਰ ਕਰਦੇ ਹਾਂ ਰਾਈਟ। ਲੈਟਸ ਸੀ ਦ ਟੌਪਿਕਸ ਆਫ ਟੁਡੇ। ਚਾਰ ਛੋਟੇ ਛੋਟੇ ਟੌਪਿਕਸ ਕਰਾਂਗੇ, ਕੁਝ ਜ਼ਿਆਦਾ ਡਿਟੇਲ ਹਜੇ ਤੱਕ ਆ ਨਹੀਂ ਰਹੀ ਹੈ ਆਪਣੇ ਐਗਜ਼ਾਮ ਦੇ ਪਰਸਪੈਕਟਿਵ ਤੋਂ। ਇੰਡੀਆ ਤਾਂਜ਼ਾਨੀਆ ਟੂ ਐਲੀਵੇਟ ਟਾਈਜ਼ ਟੂ ਸਟ੍ਰੈਟੇਜਿਕ ਪਾਰਟਨਰਸ਼ਿਪ। ਠੀਕ ਹੈ ਜੀ। ਇੰਡੀਆ ਅਫਰੀਕਾ ਦੇ ਆਲ ਓਵਰਆਲ ਰਿਲੇਸ਼ਨਸ਼ਿਪ ਵਿੱਚ ਇੰਡੀਆ ਤਾਂਜ਼ਾਨੀਆ ਇੱਕ ਇੰਪੋਰਟੈਂਟ ਰਿਲੇਸ਼ਨ ਬਣਦਾ ਜਾ ਰਿਹਾ ਹੈ। ਤਾਂ ਨਵੀਂ ਡਿਵੈਲਪਮੈਂਟਸ ਕਿਆ ਹੋਈਆਂ ਹੈ ਇਸ ਵਾਰ ਉਹ ਦੇਖ ਲਵਾਂਗੇ। ਉਸ ਤੋਂ ਬਾਅਦ ਇੰਡੀਆ ਚਾਈਨਾ ਅਮੰਗ 8 ਕੰਟਰੀਜ਼ ਯੂਐਸ ਰਿਸਟ੍ਰਿਕਟਸ ਟ੍ਰੇਡ ਵਿਦ। ਠੀਕ ਹੈ ਜੀ। ਯੂਐਸ ਜਿਹੜੀ ਹੈ ਥੋੜ੍ਹੀਆਂ ਰਿਸਟ੍ਰਿਕਸ਼ਨਸ ਲਗਾਉਂਦਾ ਰਹਿੰਦਾ ਹੈ ਸੈਂਕਸ਼ਨਸ ਦੀ ਫਾਰਮ ਵਿੱਚ ਜਾਂ ਅਦਰ ਫਾਰਮਸ ਵਿੱਚ। ਹੁਣ ਰੀਸੈਂਟ ਟਾਈਮ ਵਿੱਚ ਯੂਐਸ ਪਰੇਸ਼ਾਨ ਹੈ, ਜਿਹੜੇ ਲੋਕ ਰਸ਼ੀਆ ਦੀ ਹੈਲਪ ਕਰ ਰਹੇ ਹੈ, ਰਸ਼ੀਆ ਨਾਲ ਟ੍ਰੇਡ ਕਰ ਰਹੇ ਹੈ in the wake of the war that Russia is waging on Ukraine. So that is why US is restricting its trade with certain countries. 8 countries है total, ਉਹਨਾਂ ਵਿੱਚੋਂ ਇੰਡੀਆ ਵੀ ਇੱਕ ਹੈ right। We'll see this in detail. Experts call for limiting number of vehicles. Air pollution ਦੇਖੋ ਬਹੁਤ ਵੱਧਦੀ ਜਾ ਰਹੀ ਹੈ, ਇਹਦੇ ਲਈ recommendations ਦਿੱਤੀਆਂ ਜਾ ਰਹੀਆਂ। We will see in detail. And then finally Nobel Peace Prize ਇਸ ਸਾਲ ਦਾ ਕਿਸ ਨੂੰ ਮਿਲਿਆ ਹੈ, ਆਪਣੇ ਪ੍ਰੀਲਿਮਸ ਦੇ ਐਗਜ਼ਾਮ ਲਈ ਇੰਪੋਰਟੈਂਟ ਹੈ। We will check this right. So ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸਾਡਾ ਚੈਨਲ ਵਿਦ ਐਜ਼ ਮੈਨੀ ਸਿਵਲ ਸਰਵਿਸਿਜ਼ ਐਸਪੀਰੈਂਟਸ ਐਸ ਯੂ ਕੈਨ। ਪੰਜਾਬ ਵਿੱਚ ਸਾਡਾ ਚੈਨਲ ਫੈਲਾਓ ਤਾਂ ਕਿ ਸਭ ਨੂੰ ਇਹ ਰਿਸੋਰਸਿਸ ਮਿਲ ਸਕਣ, ਅਸੀਂ ਤੁਹਾਡੀ ਹੋਰ ਯੂਸਫੁਲ ਰਿਸੋਰਸਿਸ ਨਾਲ ਮਦਦ ਕਰ ਸਕੀਏ ਰਾਈਟ। ਲੈਟਸ ਫਰਸਟ ਸੀ ਇੰਡੀਆ ਤਾਂਜ਼ਾਨੀਆ ਟੂ ਐਲੀਵੇਟ ਦ ਟਾਈਜ਼। ਸੋ ਤੁਸੀਂ ਦੇਖ ਸਕਦੇ ਹੋ ਪਿਕਚਰ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਵਿਦ ਦੀ ਹੈਡ ਆਫ ਦੀ ਸਟੇਟ ਆਫ ਤਾਂਜ਼ਾਨੀਆ ਦੋਨੋਂ ਮਿਲੇ ਹੈ, ਰੀਸੈਂਟਲੀ ਮੀਟਿੰਗ ਹੋਈ ਹੈ। ਸੋ ਇਸ ਮੀਟਿੰਗ ਦੇ ਆਊਟਕਮਸ ਕਿਆ ਹੈ, ਇਹ ਅੱਗੇ ਚੱਲ ਕੇ ਇੰਗੇਜਮੈਂਟ ਨੂੰ ਅੱਗੇ ਕਿਵੇਂ ਵਧਾਉਣਾ ਚਾਹੁੰਦੇ ਆ, ਦੈਟ ਇਜ਼ ਵਾਟ ਵੀ ਵਿਲ ਸੀ ਰਾਈਟ। ਸਭ ਤੋਂ ਪਹਿਲੀ ਡਿਵੈਲਪਮੈਂਟ ਹੈ ਦੇ ਹੈਵ ਐਲੀਵੇਟਡ देयर ਰਿਲੇਸ਼ਨਸ਼ਿਪ ਟੂ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਲੈਵਲ ਰਾਈਟ। ਇਹ ਬਹੁਤ ਇੰਪੋਰਟੈਂਟ ਡੈਜ਼ਿਗਨੇਸ਼ਨ ਹੈ ਤੁਸੀਂ ਕਹਿ ਸਕਦੇ ਹੋ। ਦੇਖੋ ਲੇਮੈਨ ਟਰਮ ਚ ਅਗਰ ਮੈਂ ਤੁਹਾਨੂੰ ਸਮਝਾਵਾਂ, ਯੂ ਹੈਵ ਆਲਵੇਜ਼ ਸੀਨ ਕਿ ਸਾਡੇ ਫਰੈਂਡਸ ਵਿੱਚ ਵੀ ਕੈਟੇਗਰੀ ਹੁੰਦੀਆਂ ਹੈ ਜੀ, ਇਹ ਸਾਡਾ ਨੇਬਰ ਹੈ, ਜਾਂ ਦਿਸ ਇਜ਼ ਮਾਈ ਗੁੱਡ ਫਰੈਂਡ, this is my better friend, this is my best friend types of we are aligned with every person. Strategic partnership भी layman ਦੇ term ਚ ਦੇਖੋ, obviously do not go into the technicality, layman ਦੇ term ਵਿੱਚ ਇਹੀ ਦਰਸਾਉਂਦਾ ਹੈ that ਸਾਡਾ ਇਸ ਕੰਟਰੀ ਨਾਲ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਡੂੰਘਾ ਹੁੰਦਾ ਜਾ ਰਿਹਾ ਹੈ। ਸਾਡੇ ਲਈ ਇਹ ਕੰਟਰੀ ਜਿਹੜੀ ਹੈ ਉਹ ਹੋਰ ਰੈਲੀਵੈਂਸ ਗੇਨ ਕਰਦੀ ਜਾ ਰਹੀ ਹੈ, ਇਸੇ ਲਈ ਅਸੀਂ ਰਿਲੇਸ਼ਨਸ਼ਿਪ ਦੇ ਅਗਲੇ ਸਟੈਪ ਵਿੱਚ ਜਾ ਰਹੇ ਹਾਂ ਰਾਈਟ। ਸੋ ਸਟ੍ਰੈਟੇਜਿਕ ਪਾਰਟਨਰਸ਼ਿਪ ਵੀ ਉਹੀ ਹੁੰਦਾ ਹੈ। ਟੈਕਨੀਕਲੀ ਅਗਰ ਤੁਸੀਂ ਦੇਖੋ ਇਟ ਇਨਵੋਲਵਸ ਇੰਗੇਜਮੈਂਟ ਇਨ ਮਲਟੀਪਲ ਫੋਰਮਸ ਇਨਕਲੂਡਿੰਗ ਸਿਕਿਉਰਿਟੀ ਫੋਰਮ, ਡਿਫੈਂਸ ਏਰੀਆ, ਇਹ ਸਭ 'ਚ ਜਦੋਂ ਆਪਾਂ ਰਿਲੇਸ਼ਨਸ਼ਿਪ ਜਾਂ ਪਾਰਟਨਰਸ਼ਿਪ ਜਿਹੜੀ ਹੈ ਵਧਾ ਲੈਂਦੇ ਹੈ ਤਦ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਖਿਤਾਬ ਮਿਲਦਾ ਹੈ ਰਾਈਟ। ਸੋ that is the first decision that has been taken in this meeting ਕਿ strategic partnership ਦੇ ਲੈਵਲ ਤੇ ਦੋਨਾਂ ਦੇ ਟਾਈਜ਼ ਨੂੰ ਐਲੀਵੇਟ ਕੀਤਾ ਜਾਏਗਾ। ਉਸ ਤੋਂ ਬਾਅਦ 5 ਸਾਲ ਲਈ ਡਿਫੈਂਸ ਦੇ ਏਰੀਆ ਵਿੱਚ ਕੋਆਪਰੇਸ਼ਨ ਵਧਾਉਣ ਲਈ ਰੋਡ ਮੈਪ ਤਿਆਰ ਕੀਤਾ ਜਾਏਗਾ। ਅਗਲੇ 5 ਸਾਲ ਦੋਨੋਂ ਕੰਟਰੀਜ਼ ਡਿਫੈਂਸ ਦੇ ਏਰੀਆ 'ਚ ਕਿਵੇਂ ਇੰਗੇਜ ਕਰਨਗੀਆਂ, that will be written in this road map। ਉਹਦੇ ਅਕੋਰਡਿੰਗ ਇਹ ਇੰਗੇਜਮੈਂਟ ਡਿਫੈਂਸ ਦੇ ਸੈਕਟਰ ਵਿੱਚ ਅੱਗੇ ਵਧੇਗੀ ਰਾਈਟ। ਫਿਰ ਉਸ ਤੋਂ ਬਾਅਦ ਸੀਰੀਜ਼ ਆਫ ਅਗਰੀਮੈਂਟਸ ਸਾਈਨ ਕੀਤੇ ਗਏ ਨੇ
6 ਸੈਕਟਰਸ 'ਚ ਬੇਸਿਕਲੀ ਅਗਰੀਮੈਂਟ ਜਿਹੜਾ ਹੈ ਸਾਈਨ ਕੀਤਾ ਗਿਆ ਹੈ ਟੂ ਫਾਰਵਰਡ ਦੀ ਕੋਆਪਰੇਸ਼ਨ ਇਨ ਦੈਟ ਸੈਕਟਰ। ਸਭ ਤੋਂ ਪਹਿਲਾਂ ਡਿਜੀਟਲ, ਤੁਹਾਨੂੰ ਪਤਾ ਹੀ ਹੈ ਇੰਡੀਆ ਡਿਜੀਟਲ ਪਾਵਰ ਬਣਦਾ ਜਾ ਰਿਹਾ ਹੈ ਤਾਂ ਸਾਰੀ ਕੰਟਰੀਜ਼ ਇੰਡੀਆ ਨਾਲ ਇੰਗੇਜ ਹੋਣਾ ਚਾਹੁੰਦੀ ਹੈ। ਇਵਨ ਜਰਮਨੀ ਤੁਸੀਂ ਦੇਖਿਆ ਉਹ ਲੇਟੈਸਟ ਦੇ ਵਰ ਸ਼ੌਕਡ ਇਨ ਸੀਇੰਗ ਕਿ ਕਿੰਨੀ ਈਜ਼ੀਲੀ ਯੂਪੀਆਈ ਦੇ ਥਰੂ ਅਸੀਂ ਪੇਮੈਂਟਸ ਕਰ ਰਹੇ ਹਾਂ। ਜਰਮਨੀ ਦੇ ਇੱਕ ਉਹਨਾਂ ਦੇ ਇੱਕ ਬਿਊਰੋਕ੍ਰੇਸੀ ਦੇ ਮੈਂਬਰ ਹੀ ਵਾਸ ਵਿਜ਼ਿਟਿੰਗ ਇੰਡੀਅਨ ਮਾਰਕੀਟਸ। ਠੀਕ ਹੈ, ਸੋ ਡਿਜੀਟਲ ਡੋਮੇਨ ਵਿੱਚ ਇੰਡੀਆ ਤਾਂਜ਼ਾਨੀਆ ਵੀ ਕੋਆਪਰੇਟ ਕਰਨਗੇ। ਫਿਰ ਕਲਚਰਲ ਡੋਮੇਨ ਵਿੱਚ ਦੇ ਵਿਲ ਲਾਈਕ ਟੂ ਕੋਆਪਰੇਟ ਕਲਚਰਲ ਐਕਸਚੇਂਜਸ, ਡਾਂਸਿਸ, folk music, etc. ਸਪੋਰਟਸ ਦੇ ਫੀਲਡ ਵਿੱਚ ਦੇ ਵਿਲ ਬੀ ਲੁਕਿੰਗ ਟੂ ਕੋਆਪਰੇਟ, ਕੁਛ ਵੀ ਹੋ ਸਕਦਾ ਹੈ, ਕ੍ਰਿਕਟ ਔਰ ਅਦਰ ਸਪੋਰਟਸ ਦੇ ਵਿਲ ਬੀ ਕੋਆਪਰੇਟਿੰਗ ਫॉर capacity development, for sharing expertise and all। ਉਸ ਤੋਂ ਬਾਅਦ ਮੈਰੀਟਾਈਮ ਇੰਡਸਟਰੀਜ਼। ਠੀਕ ਹੈ ਜੀ, ਅਫਰੀਕਾ ਤੇ ਇੰਡੀਆ ਲਈ ਇੰਡੀਅਨ ਓਸ਼ਨ ਬਹੁਤ ਇੰਪੋਰਟੈਂਟ ਹੈ ਇਨ ਦੀ ਫਾਰਮ ਆਫ ਟ੍ਰੇਡ ਐਂਡ ਟਰਾਂਸਪੋਰਟ ਦੈਟ ਹੈਪਨਸ ਫਰਮ ਇੰਡੀਅਨ ਓਸ਼ਨ ਰੀਜਨ। ਤਾਂ ਮੈਰੀਟਾਈਮ ਡੋਮੇਨ ਵਿੱਚ ਜਿਹੜੀਆਂ ਇੰਡਸਟਰੀਜ਼ ਆ ਉਹਨਾਂ ਨੂੰ ਪ੍ਰਮੋਟ ਕਰਨ ਤੇ ਦੋਨੋਂ ਫੋਕਸ ਕਰਨਗੇ। ਦੈਨ ਵਾਈਟ ਸ਼ਿਪਿੰਗ ਦੀ ਏਰੀਆ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਵਿੱਚ ਹੈਲਪ ਜਾਂ ਕੋਆਪਰੇਸ਼ਨ ਕੀਤੀ ਜਾਏਗੀ। ਰਾਈਟ, ਥੀਸ ਆਰ ਸਰਟੇਨ ਡੋਮੇਨਸ ਜਿਨ੍ਹਾਂ ਵਿੱਚ ਸਾਈਨਿੰਗ ਹੋਈ ਹੈ। ਰਾਈਟ, ਸੋ ਇਹ ਆਪਾਂ ਯਾਦ ਰੱਖਣੇ ਹੈ। ਉਸ ਤੋਂ ਬਾਅਦ ਪੀਐਮ ਮੋਦੀ ਨੇ ਤਾਂਜ਼ਾਨੀਆ ਨੂੰ ਇੰਡੀਆ ਦਾ ਇੰਪੋਰਟੈਂਟ ਪਾਰਟਨਰ ਕਿਹਾ ਹੈ ਇੰਡੋ ਪੈਸੀਫਿਕ ਵਿੱਚ। ਐਜ਼ ਆਈ ਟੋਲਡ ਯੂ ਕਿ ਦੇਖੋ ਇਹਨਾਂ ਦੋਨਾਂ ਕੰਟਰੀਜ਼ ਦੇ ਲਈ I will broadly draw the map of this part of the world, right? ਤੁਸੀਂ ਦੇਖੋ ਤਾਂ this is India broadly, this is Africa, ਠੀਕ ਹੈ। ਤਾਂਜ਼ਾਨੀਆ ਕੁਝ ਇਸ ਤਰ੍ਹਾਂ ਇਸ ਲੋਕੇਸ਼ਨ ਤੇ ਹੋਏਗਾ। ਸੋ ਦਿਸ ਇਜ਼ ਇੰਟਾਇਰਲੀ ਦ ਰੀਜਨ ਆਫ ਇੰਡੋ ਪੈਸੀਫਿਕ broadly ਜਿਹਨੂੰ ਆਪਾਂ ਕਹਿ ਦਿੰਦੇ ਆ, ਰਾਈਟ। ਸੋ ਇਸ ਏਰੀਆ ਦੇ ਵਿੱਚ ਦੋਨੋਂ ਕੰਟਰੀਜ਼ ਜਿਹੜੀਆਂ ਹੈ ਇੱਕ ਦੂਸਰੇ ਨਾਲ ਕੋਆਪਰੇਟ ਕਰ ਰਹੀਆਂ, ਇਸ ਲਈ ਇੰਡੀਆ ਕਹਿ ਰਿਹਾ ਹੈ ਕਿ ਤਾਂਜ਼ਾਨੀਆ ਜਿਹੜਾ ਹੈ ਇੰਡੋ ਪੈਸੀਫਿਕ ਦੇ ਵਿੱਚ ਬਹੁਤ ਇੰਪੋਰਟੈਂਟ ਪਾਰਟਨਰ ਹੈ ਇੰਡੀਆ ਦਾ। ਕਿਵੇਂ ਦੇਖੋ, ਪਾਇਰੇਸੀ ਵਗੈਰਾ ਨੂੰ ਫਾਈਟ ਕਰਨਾ, ਟੈਰਰਿਜ਼ਮ ਨੂੰ ਫਾਈਟ ਕਰਨਾ, ਟ੍ਰੇਡ ਨੂੰ ਅੱਗੇ ਵਧਾਉਣਾ, ਜਿਵੇਂ ਆਪਾਂ ਦੇਖ ਰਹੇ ਹਾਂ ਮੈਰੀਟਾਈਮ ਇੰਡਸਟਰੀਜ਼ ਤੇ ਫੋਕਸ ਕੀਤਾ ਜਾ ਰਿਹਾ ਹੈ, ਮੈਰੀਟਾਈਮ ਟ੍ਰੇਡ ਨੂੰ ਅੱਗੇ ਵਧਾਉਣਾ, all of this will be conducted between the two countries, that is with what is being said। ਇਸੇ ਲਈ ਤਾਂਜ਼ਾਨੀਆ ਆਪਣਾ ਇੰਪੋਰਟੈਂਟ ਪਾਰਟਨਰ ਹੈ, ਰਾਈਟ। ਉਸ ਤੋਂ ਬਾਅਦ ਅੱਗੇ ਟੈਰਰਿਜ਼ਮ ਦੇ ਏਰੀਆ ਵਿੱਚ ਵੀ ਕੋਆਪਰੇਸ਼ਨ ਵਧਾਈ ਜਾਏਗੀ, ਜਿਹੜਾ ਮੈਂ ਤੁਹਾਨੂੰ 6th ਕਿਹਾ ਸੀ। 6th ਏਰੀਆ ਹੈ ਟੈਰਰਿਜ਼ਮ। ਦੋਨੋਂ ਹੀ ਕੰਟਰੀਜ਼ ਟੈਰਰਿਜ਼ਮ ਤੋਂ ਥ੍ਰੈਟਨਡ ਹੈ। ਦੋਨੋਂ ਹੀ ਕੰਟਰੀਜ਼ ਟੈਰਰਿਜ਼ਮ ਨੂੰ ਬਹੁਤ ਵੱਡਾ ਹਿਊਮਨ ਦੇ ਅਗੇਂਸਟ ਇੱਕ ਕ੍ਰਾਈਮ ਮੰਨਦੀਆਂ ਨੇ। ਇਸੇ ਲਈ both will be working to counter terrorism, to increase security, for information sharing and all those aspects ਜਿਹੜੇ ਕਿ ਡਿਟੇਲ ਵਿੱਚ ਹਜੇ ਨਹੀਂ ਦਿੱਤੇ ਗਏ ਹੈ, that we will see। Right, these are the major developments that have happened in this recent engagement, right। ਇਸ ਤੋਂ ਬਾਅਦ ਅਗਰ overall ਦੇਖਿਆ ਜਾਵੇ Tanzania is India's largest development partner in Africa। This is the fact that we can use in the answers, ਤਾਂ ਇਹਨੂੰ ਆਪਾਂ ਲਿਖ ਕੇ ਰੱਖਣਾ ਆਪਦੇ ਕੋਲ। ਫਿਊਚਰ ਵਿੱਚ ਇਹ ਵੀ ਪੋਸਿਬਿਲਿਟੀ ਹੈ ਕਿ ਲੋਕਲ ਕਰੰਸੀਜ਼ ਦੋਨੋਂ ਟ੍ਰੇਡ ਲਈ ਯੂਜ਼ ਕਰਨ, ਰਾਈਟ। ਸੋ ਫਿਊਚਰ ਵਿੱਚ ਇਹ ਐਕਸਪਲੋਰ ਕੀਤਾ ਜਾ ਰਿਹਾ ਹੈ ਕਿ ਦੋਨੋਂ ਕੰਟਰੀਜ਼ ਸ਼ੁੱਡ ਯੂਜ਼ देयर ओन ਕਰੰਸੀਜ਼। ਆਪਾਂ ਰੁਪਈਆ ਜਾਂ ਤਾਂਜ਼ਾਨੀਆ ਦੀ ਕਰੰਸੀ ਯੂਜ਼ ਕੀਜੀਏ ਫॉर ਟ੍ਰੇਡ, not the other currencies, ਠੀਕ ਹੈ। ਉਹ ਵੀ ਆਪਾਂ ਟਰੈਕ ਰੱਖਾਂਗੇ, that will also be a great development। for now ਇਹ ਬਹੁਤ ਹੀ ਇੰਪੋਰਟੈਂਟ ਹੈ। ਤਾਂਜ਼ਾਨੀਆ ਸਾਡਾ ਬਹੁਤ ਇੰਪੋਰਟੈਂਟ ਪਾਰਟਨਰ ਬਣ ਸਕਦਾ ਹੈ। ਦੇਖੋ, ਅਗਰ ਤਾਂਜ਼ਾਨੀਆ ਦੀ ਤੁਹਾਡੇ ਤੋਂ ਸਿਗਨੀਫੀਕੈਂਸ ਪੁੱਛੀ ਜਾਵੇ, ਰਿਸੋਰਸਿਸ, ਪਹਿਲੀ ਗੱਲ ਤਾਂ ਅਫਰੀਕਾ ਦੀ ਕੰਟਰੀਜ਼ ਆਰ ਵੈਰੀ ਰਿਚ ਇਨ ਰਿਸੋਰਸਿਸ, ਮਿਨਰਲ ਰਿਸੋਰਸਿਸ ਹੋਣ, ਐਗਰੀਕਲਚਰਲ ਰਿਸੋਰਸਿਸ ਹੋਣ, ਦੇ ਆਰ ਵੈਰੀ ਮਚ ਰਿਚ ਇਨ ਆਲ ਥੀਸ ਰਿਸੋਰਸਿਸ। ਉਸ ਤੋਂ ਬਾਅਦ ਇੰਡੋ ਪੈਸੀਫਿਕ ਵਿੱਚ ਜਿਹੜੀ ਮੈਂ ਤੁਹਾਨੂੰ ਸਿਗਨੀਫੀਕੈਂਸ ਦੱਸ ਚੁੱਕੀ ਹੈ, ਉਸ ਦੇ ਵਿੱਚ ਇਹ ਆਪਣੇ ਲਈ ਕਾਫੀ ਇੰਪੋਰਟੈਂਟ ਆਏਗਾ। ਪਾਇਰੇਸੀ, ਟੈਰਰਿਜ਼ਮ, ਟ੍ਰੇਡ ਨੂੰ ਵਧਾਉਣ ਲਈ ਇਸ ਏਰੀਆ ਵਿੱਚ ਕਾਫੀ ਹੈਲਪ ਕਰੇਗਾ, ਰਾਈਟ। ਉਸ ਤੋਂ ਬਾਅਦ ਇੰਟਰਨੈਸ਼ਨਲ ਫੋਰਾ ਤੇ ਵੀ, ਜਿਵੇਂ ਕਿ UN ਵਿੱਚ ਕੋਈ ਵੀ ਡਿਸੀਜਨਸ ਲੈਣੇ ਆ, ਵੀਟੋ ਵਗੈਰਾ ਹੈ, ਉਸ 'ਚ ਆਪਾਂ ਨੂੰ ਇਹ ਹੈਲਪ ਕਰਨਗੇ। ਅਸੀਂ ਬਹੁਤ ਸਾਰੀ ਇਨਵੈਸਟਮੈਂਟਸ ਜਿਹੜੀਆਂ ਹੈ ਤਾਂਜ਼ਾਨੀਆ ਵਿੱਚ ਕਰ ਸਕਦੇ ਹਾਂ, ਸਾਡੇ ਪੈਸੇ ਨੂੰ ਗਰੋ ਕਰ ਸਕਦੇ ਹੈ, ਇੰਪਲੋਇਮੈਂਟ ਜਨਰੇਟ ਕਰ ਸਕਦੇ ਹੈ, ਐਂਡ ਲੋਟ ਆਫ ਟ੍ਰੇਡ ਵੀ ਕੈਨ ਬੂਸਟ, ਜਿਹਦੇ ਕਰਕੇ ਸਾਡੇ ਐਕਸਪੋਰਟਸ ਜਿਹੜੇ ਆ ਉਹ ਬੂਸਟ ਹੋਣਗੇ, ਰਾਈਟ। ਸੋ ਸਿਕਿਉਰਿਟੀ ਦੇ ਸੈਕਟਰ 'ਚ ਵੀ ਡਿਫੈਂਸ ਦੀ ਐਕਸਪੋਰਟਸ ਕਰ ਸਕਦੇ ਹਾਂ ਅਸੀਂ, ਐਂਡ ਟੈਰਰਿਜ਼ਮ ਨੂੰ ਕਾਊਂਟਰ ਕਰਨ ਵਿੱਚ ਅਸੀਂ ਹੈਲਪ ਕਰ ਸਕਦੇ ਹਾਂ ਇਨ ਕੋਆਪਰੇਸ਼ਨ ਵਿਦ ਤਾਂਜ਼ਾਨੀਆ, ਠੀਕ ਹੈ। ਸੋ ਇੰਨੇ ਬੈਨੀਫਿਟਸ ਕਰਕੇ ਹੀ ਵੀ ਆਰ ਇੰਗੇਜਿੰਗ ਸੋ ਡੀਪਲੀ ਵਿਦ ਤਾਂਜ਼ਾਨੀਆ। ਪਹਿਲਾਂ ਵੀ ਆਪਾਂ ਇੰਡੀਆ ਤਾਂਜ਼ਾਨੀਆ ਕਾਫੀ ਡਿਸਕਸ ਕਰ ਚੁੱਕੇ ਹੈ। ਸੋ ਇਹ ਤੇ ਕੁਐਸਚਨ ਆ ਸਕਦਾ ਹੈ, ਆਲਦੋ ਲੈਸ ਲਾਈਕਲੀ ਕਿ ਤਾਂਜ਼ਾਨੀਆ ਤੇ ਡਾਇਰੈਕਟਲੀ ਆਵੇ, ਬਟ
ਓਵਰਆਲ ਅਫਰੀਕਾ ਤੇ ਬਹੁਤ ਹਾਈਲੀ ਲਾਈਕਲੀ ਹੈ। ਅਗਰ ਤਾਂਜ਼ਾਨੀਆ ਤੇ ਵੀ ਆਇਆ ਤਾਂ ਸਿਮਿਲਰ ਲਾਈਨਸ ਤੇ ਹੀ ਆਂਸਰ ਲਿਖਿਆ ਜਾ ਸਕਦਾ ਹੈ। Just remember these latest four developments: strategic partnership, defense roadmap, 6 areas of cooperation, and important partner in Indo-Pacific. Right? So this is how you can write the answer. ਉਸ ਤੋਂ ਬਾਅਦ ਇੰਡੀਆ ਚਾਈਨਾ ਅਮੰਗ 8। ਸੋ ਦੇਖੋ ਯੂਐਸ ਜਿਹੜਾ ਇਟ ਇਜ਼ ਨਾਟ ਹੈਪੀ ਵਿਦ ਦ ਕੰਟਰੀਜ਼ ਹੂ ਆਰ ਟ੍ਰੇਡਿੰਗ ਵਿਦ ਰਸ਼ੀਆ। ਰਸ਼ੀਆ ਯੂ ਨੋ ਕਿ ਇਹਨੇ ਯੂਕਰੇਨ ਤੇ ਵਾਰ ਜਿਹੜੀ ਹੈ ਲਾਂਚ ਕੀਤੀ ਹੋਈ ਹੈ ਬਿਕੋਜ਼ ਯੂਕਰੇਨ ਵਾਂਟਡ ਟੂ ਜੁਆਇਨ ਨਾਟੋ which Russia did not like, which Russia did not feel is in its security interest, right? So ਹੁਣ ਰਸ਼ੀਆ ਜਿਹੜਾ ਹੈ ਕੰਟੀਨਿਊਸਲੀ ਬੰਬ ਕਰ ਰਿਹਾ, ਵਾਰ ਕਰ ਰਿਹਾ ਯੂਕਰੇਨ ਨਾਲ। Now many European countries, including US, they have imposed different kind of sanctions on Russia ताकि ਇਹਨੂੰ ਇਕਨੋਮਿਕਲੀ ਵੀਕ ਕਰ ਸਕੇ ਐਂਡ ਰਸ਼ੀਆ ਆਟੋਮੈਟਿਕਲੀ ਆਪਣੀ ਵਾਰ ਐਂਡ ਕਰ ਦੇ। ਠੀਕ ਹੈ, ਅਗਰ ਪੈਸਾ ਹੀ ਨਹੀਂ ਹੋਏਗਾ ਤਾਂ ਰਸ਼ੀਆ ਵਾਰ ਕਿਵੇਂ ਕਰੇਗਾ, ਰਾਈਟ? ਸੋ ਇਸੇ ਲਈ ਇਹਨਾਂ ਨੇ ਸੈਂਕਸ਼ਨਸ ਇੰਪੋਜ਼ ਕੀਤੇ ਆ। ਬਟ ਹੁਣ ਇਹਨਾਂ ਦੇ ਸੈਂਕਸ਼ਨਸ ਜਿਹੜੇ ਆ ਉਹ ਫੇਲ ਹੋ ਰਹੇ ਆ। ਕਿਉਂ? ਕਿਉਂਕਿ ਦੇਰ ਆਰ ਮੈਨੀ ਕੰਟਰੀਜ਼ ਹੂ ਆਰ ਸਟਿਲ ਟ੍ਰੇਡਿੰਗ ਵਿਦ ਰਸ਼ੀਆ। ਰਸ਼ੀਆ ਤੋਂ ਆਇਲ ਲੈ ਰਹੇ ਨੇ, ਡਿਫੈਂਸ ਇਕਵਿਪਮੈਂਟਸ ਲੈ ਰਹੇ ਆ ਜਾਂ ਅਦਰ ਚੀਜ਼ਾਂ। ठीक है, दिस इंक्लूड्स इंडिया, चाइना, टर्की एंड इस तरीके दी काफी सारी कंट्रीज दैट आर स्टिल इंगेजिंग विद रशिया। ठीक है, सो इसे ਲਈ यूएस ਜਿਹੜਾ ਹੈ ਪਰੇਸ਼ਾਨ ਹੈ, ਸੈਂਕਸ਼ਨਸ ਲਗਾਉਣਾ ਚਾਹੁੰਦਾ ਹੈ ਬਟ ਇਹ ਕੰਟਰੀਜ਼ ਜਿਹੜੀਆਂ ਹੈ ਉਹ ਫ੍ਰੀਲੀ ਟ੍ਰੇਡ ਕਰ ਰਹੀਆਂ ਹੈ ਰਸ਼ੀਆ ਨਾਲ। ਹੈਂਸ ਦੀ ਆਬਜੈਕਟਿਵ ਆਫ ਵੀਕਨਿੰਗ ਰਸ਼ੀਆ ਇਕਨੋਮਿਕਲੀ that is not getting fulfilled, right? ਇਸੇ ਲਈ यूएस ਜਿਹੜਾ ਹੈ ਹੁਣ परेशान है। इसलिए recent steps लिते गए ने। इंडिया चाइना among 8 countries, US restricts trade with over support for Russia। ਇਹਨੇ ਆਪਦਾ ਵੀ ਟ੍ਰੇਡ ਇਹਨਾਂ ਕੰਟਰੀਜ਼ ਨਾਲ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਿ ਯੂਐਸ ਕਹਿੰਦਾ ਰਹਿੰਦਾ ਹੈ ਕਿ ਅਗਰ ਤੁਸੀਂ ਸੈਂਕਸ਼ਨਸ ਨੂੰ ਅਵਾਇਡ ਨਹੀਂ ਕਰੋਗੇ ਤਾਂ ਅਸੀਂ ਤੁਹਾਡੇ ਤੇ ਵੀ ਸੈਂਕਸ਼ਨਸ ਲਗਾ ਸਕਦੇ ਹਾਂ। ਤਾਂ ਫੁੱਲ ਕੰਪਲੀਟ ਸੈਂਕਸ਼ਨਸ ਤਾਂ ਅਜੇ ਯੂਐਸ ਨਹੀਂ ਲਗਾ ਸਕਦਾ, ਆਪਦੇ ਆਪ ਨੂੰ ਵੀ ਇਕਨੋਮਿਕਲੀ ਇਹਨੂੰ ਇੰਪੈਕਟ ਹੋਏਗਾ ਬਟ ਟ੍ਰੇਡ ਰਿਸਟ੍ਰਿਕਸ਼ਨਸ ਇਹ ਜ਼ਰੂਰ ਇੰਪੋਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। राइट, ट्रेड रिस्ट्रिक्शंस च क्या है देखो, 42 चाइनीज कंपनीज ऑन दी एक्सपोर्ट कंट्रोल लिस्ट। ठीक है, इन्ना कंपनीज नाल ट्रेड नहीं किया जाएगा, इन्ना तो समान नहीं लिता जाएगा। अल्टीमेटली चाइना ਨੂੰ ਇੰਪੈਕਟ ਪੜੇਗਾ, ਚਾइना ਦੀ ਇੰਪਲੋਇਮੈਂਟ ਨੂੰ, ਚਾइना ਦੀ ਕੰਪਨੀਜ਼ ਨੂੰ ਇੰਪੈਕਟ ਪੜੇਗਾ। ठीक है जी, तो इसलिए इस तरीके के स्टेप ਜਿਹੜੇ ਹੈ ਹੁਣ यूएस ने लेना शुरू कर दिता है। लेट्स सी इंडिया ਦਾ इंपॉर्टेंट पार्टनर है यूएस एंड इवन रशिया भी, हाउ the situation pans out कि कितनी सीरियस ਹੁੰਦੀ ਹੈ ਇੰਡੀਆ ਦੇ ਲਈ specifically and how they cooperate, that we will see in future। but India US relations ਵਿੱਚ ਆਪਾਂ ਇੱਕ fact use ਕਰ ਸਕਦੇ ਹਾਂ that because of the Russia Ukraine war, India US relations are also getting impacted, राइट? इस तरीके नाल इस एक पॉइंट ਨੂੰ यूज ਕੀਤਾ ਜਾ ਸਕਦਾ ਹੈ। then expert call for limiting number of vehicles per family। ਸੋ ਦੇਖੋ ਯਾਰ 에ਅਰ ਪੋਲਿਊਸ਼ਨ ਦਾ ਕਾਫੀ ਜ਼ਿਆਦਾ ਇਸ਼ੂ ਹੈ। ਲਾਸਟ ਡਿਸਕਸ਼ਨ ਚ ਵੀ ਆਪਾਂ ਐਨਾਲਿਸਿਸ ਡਿਸਕਸ ਕੀਤਾ ਸੀ ਕਿ ਕਿਵੇਂ ਦਿੱਲੀ ਸਾਡੀ ਮੋਸਟ ਪੋਲਿਊਟਡ ਸਿਟੀ ਹੈ ਇੰਡੀਆ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਉਹਦੇ ਅਰਾਊਂਡ ਐਨਸੀਆਰ ਵਿੱਚ ਜਿੰਨੀਆਂ ਵੀ ਸਿਟੀਜ਼ ਹੈ, ਗੁੜਗਾਉਂ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, all of them are highly polluted। ਠੀਕ ਹੈ, ਤਾਂ ਇਹਦੇ ਨਾਲ ਕੀ ਹੁੰਦਾ, ਆਪਾਂ ਨੂੰ ਹੈਲਥ ਕ੍ਰਾਈਸਿਸ ਆਉਂਦੇ ਹੈ, ਲੰਗ ਕੈਂਸਰ ਦਾ ਇਸ਼ੂ, ਆਪਣੀ ਰੈਸਪੀਰੇਟਰੀ ਡਿਸੀਜ਼ਸ, ਨਰਵਸ ਸਿਸਟਮ ਨੂੰ ਵੀ ਲੌਂਗ ਟਰਮ ਵਿੱਚ ਇੰਪੈਕਟ ਹੋ ਸਕਦਾ ਹੈ, ਰਾਈਟ? ਉਹੀ ਸਭ ਲਿਖਿਆ ਹੋਇਆ ਹੈ ਕਿ 에ਅਰ ਪੋਲਿਊਸ਼ਨ ਕਰਕੇ ਰੈਸਪੀਰੇਟਰੀ ਏਲਮੈਂਟਸ ਇੰਡੀਆ ਦੇ ਵਿੱਚ ਵੱਧ ਰਹੀਆਂ ਹੈ, ਸਾਹ ਲੈਣ ਦੀਆਂ ਦਿੱਕਤਾਂ ਡਿਫਰੈਂਟ ਆ ਰਹੀਆਂ ਹੈ, ਆਸਥਮਾ ਅਟੈਕਸ ਜਿਹੜੇ ਹੈ ਅੱਜ ਕੱਲ ਬਹੁਤ ਵੱਧ ਗਏ ਆਸਥਮਾ ਦੇ ਪੇਸ਼ੈਂਟਸ, ਰਾਈਟ? ਆਈਜ਼ ਤੇ ਥ੍ਰੋਟਸ ਦੀ ਇਨਫੈਕਸ਼ਨ, ਬਹੁਤ ਜ਼ਿਆਦਾ ਇਰੀਟੇਸ਼ਨ ਜਿਹੜੀ ਹੈ ਵੱਧ ਗਈ ਹੈ ਬਿਕਾਜ਼ ਆਫ ਦ ਰਾਈਜ਼ਿੰਗ 에ਅਰ ਪੋਲਿਊਸ਼ਨ। ਤੁਸੀਂ ਦੇਖੋ ਦੀਵਾਲੀ ਦੇ ਟਾਈਮ ਤੇ ਕਿੰਨਾ ਬੁਰਾ ਹਾਲ ਹੁੰਦਾ ਹੈ ਲੋਕਾਂ ਦਾ। ਦੈਟ ਇਜ਼ ਜਸਟ ਸ਼ੋਇੰਗ ਯੂ ਕਿ ਜਦੋਂ ਐਕਸਟ੍ਰੀਮ ਲੈਵਲਸ ਆਫ ਪੋਲਿਊਸ਼ਨ ਹੁੰਦੇ ਆ ਤਾਂ ਆਪਣੇ ਨਾਲ ਕੀ ਹੁੰਦਾ ਹੈ। ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਦਿੱਲੀ ਵਾਲੇ ਏਰੀਆ ਸਪੈਸ਼ਲੀ। ਠੀਕ ਹੈ ਜੀ, ਉਸ ਤੋਂ ਬਾਅਦ ਲੌਂਗ ਟਰਮ ਰੈਸਪੀਰੇਟਰੀ ਡਿਸੀਜ਼ਸ, ਲੰਗ ਕੈਂਸਰ ਵਰਗੀ ਡਿਸੀਜ਼ਸ ਜਿਹੜੀਆਂ ਹੋ ਰਹੀਆਂ ਹੈ। ਇਸੇ ਲਈ ਹੁਣ ਇਹ ਰਿਕਮੈਂਡ ਕੀਤਾ ਜਾ ਰਿਹਾ ਹੈ ਕਿ ਇੱਕ ਸਟੈਪ ਸਾਨੂੰ ਕੀ ਲੈਣਾ ਚਾਹੀਦਾ ਹੈ, ਵਹੀਕਲਸ ਪਰ ਫੈਮਿਲੀ ਡਿਕਰੀਜ਼ ਕੀਤੇ ਜਾਣ। ਵਹੀਕੂਲਰ ਪੋਲਿਊਸ਼ਨ ਬਹੁਤ ਹੀ ਇੰਪੋਰਟੈਂਟ ਕਾਜ਼ ਹੈ, ਲੀਡਿੰਗ ਕਾਜ਼ ਹੈ ਪੋਲਿਊਸ਼ਨ ਦਾ, 에ਅਰ ਪੋਲਿਊਸ਼ਨ ਦਾ। ਤਾਂ ਇਸੇ ਲਈ ਐਕਸਪਰਟਸ ਆਰ ਸੁਜੈਸਟਿੰਗ ਕਿ ਪਰ ਫੈਮਿਲੀ ਵਹੀਕਲਸ ਨੂੰ ਰਿਸਟ੍ਰਿਕਟ ਕਰੋ। ਨਹੀਂ ਤਾਂ ਤੁਸੀਂ ਦੇਖੋ ਕਿ ਅੱਜ ਕੱਲ ਹਰ ਘਰ ਵਿੱਚ 4 ਇਨਸਾਨ ਨੇ, 4 ਹੀ ਕਾਰਾਂ ਨੇ। ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਮਾਸ ਟਰਾਂਸਪੋਰਟੇਸ਼ਨ ਸਿਸਟਮ ਨੂੰ ਯੂਜ਼ ਨਹੀਂ ਕਰਦੇ ਤੇ ਜਿਹਦੇ ਕਰਕੇ ਪੋਲਿਊਸ਼ਨ ਬਹੁਤ ਵੱਧ ਰਹੀ ਹੈ ਐਂਡ ਤੁਸੀਂ ਦੇਖੋ ਗੱਡੀਆਂ ਦਾ ਟ੍ਰੈਫਿਕ ਵੀ ਬਹੁਤ ਵੱਧ ਰਿਹਾ ਹੈ। इसलिए this is one suggestion that we can also use in our environment answers. Keep it in written with you. Finally, prelims ਲਈ important
ਨੋਬਲ ਪੀਸ ਪ੍ਰਾਈਜ਼ ਇਸ ਸਾਲ ਦਾ ਦਿੱਤਾ ਗਿਆ ਹੈ ਇਰਾਨੀਅਨ ਐਕਟਿਵਿਸਟ ਨਰਗਿਸ ਮੁਹੰਮਦੀ, ਰਾਈਟ, ਨਰਗਿਸ ਮੁਹੰਮਦੀ, ਜਿਹੜੀ ਕਿ ਵਿਮਨ ਰਾਈਟਸ ਲਈ ਕਾਫੀ ਐਡਵੋਕੇਟ ਕਰਦੀਆਂ ਰਹੀਆਂ ਹੈ। ਉਹ ਤੋਂ ਈਰਾਨ ਵਿੱਚ ਇਹਨਾਂ ਨੂੰ ਕੋਈ ਇੱਜ਼ਤ ਨਹੀਂ ਦਿੱਤੀ ਜਾਂਦੀ, ਤੁਸੀਂ ਕਹਿ ਸਕਦੇ ਹੋ ਈਰਾਨ ਵਿੱਚ ਕੰਟੀਨਿਊਸਲੀ ਇਹਨਾਂ ਨੂੰ ਪ੍ਰਿਜ਼ਨ ਵਿੱਚ ਰੱਖਿਆ ਗਿਆ ਹੈ ਫॉर ਹਰ ਵੋਕਲ ਫॉर ਹਰ ਬੀਇੰਗ ਵੋਕਲ ਅਬਾਊਟ ਦ ਰਾਈਟਸ ਆਫ ਵਿਮਨ। ਬਟ ਇਹ ਰਿਲੈਂਟਲੈਸਲੀ ਜਿਹੜੀਆਂ ਹੈ ਵਿਮਨ ਦੀ ਓਪਰੈਸ਼ਨ ਦੇ ਅਗੇਂਸਟ ਜੋ ਈਰਾਨ ਵਿੱਚ ਹੋ ਰਹੀ ਹੈ ਉਹਦੇ ਅਗੇਂਸਟ ਫਾਈਟ ਕਰਦੀ ਰਹੀ ਹੈ। ਨਾਰਮਲ ਹਿਊਮਨ ਰਾਈਟਸ ਐਂਡ ਫਰੀडम ਲਈ ਵੀ ਇਹਨਾਂ ਨੇ ਐਡਵੋਕੇਟ ਕੀਤਾ ਹੈ। ਦੈਟ ਇਜ਼ ਵਾਈ ਸ਼ੀ ਹੈਜ਼ ਬੀਨ ਚੋਜ਼ਨ। ਪ੍ਰੈਜ਼ੈਂਟਲੀ ਤੁਸੀਂ ਦੇਖੋ ਤਾਂ ਇਹ ਜੇਲ੍ਹ ਵਿੱਚ ਹੈ ਬਿਕੋਜ਼ ਆਫ ਹਰ ਵੈਹੀਮੈਂਟ ਅਪਰੋਚ। ਬਟ ਇਹ ਹੈ, ਦੇਖੋ ਈਰਾਨ ਤਾਂ ਇਹਨਾਂ ਦੀ ਰਿਸਪੈਕਟ ਨਹੀਂ ਕਰਦਾ ਕਈ ਸਾਲਾਂ ਤੋਂ। ਸ਼ੀ ਹੈਜ਼ ਬੀਨ ਇਨ ਜੇਲ but now she has been recognized for the Nobel Peace Prize for advocating the rights of women and overall advocating the human rights and freedom। ਠੀਕ ਹੈ, ਸਾਰਿਆਂ ਨੂੰ ਫਰੀडम ਦਾ ਅਧਿਕਾਰ ਹੋਣਾ ਚਾਹੀਦਾ ਹੈ। ਸਰਕਾਰਸ, ਗਵਰਨਮੈਂਟਸ, they cannot have relentless control over the life of the people। Basically that is what she proposes, ਰਾਈਟ। ਇਹ ਨਾਮ ਯਾਦ ਰੱਖੋ, ਕਰੰਟ ਅਫੇਅਰਸ 'ਚ ਆ ਸਕਦਾ ਹੈ। ਇੱਕ ਹੋਰ ਫੈਕਟ ਨੋਬਲ ਪ੍ਰਾਈਜ਼ ਦੇ ਬਾਰੇ ਜਿਹੜਾ ਤੁਹਾਨੂੰ ਜਾਣਨਾ ਜ਼ਰੂਰੀ ਹੈ, ਦੇਖੋ ਨੋਬਲ ਪੀਸ ਪ੍ਰਾਈਜ਼ ਤੇ ਅਦਰ ਪੀਸ ਪ੍ਰਾਈਜ਼ਸ 'ਚ, ਅਦਰ ਨੋਬਲ ਪ੍ਰਾਈਜ਼ਸ 'ਚ ਕਿਆ ਡਿਫਰੈਂਸ ਹੈ। ਨੋਬਲ ਪੀਸ ਪ੍ਰਾਈਜ਼ ਜਿਹੜਾ ਹੈ ਓਸਲੋ ਵਿੱਚ ਅਨਾਉਂਸ ਕੀਤਾ ਜਾਂਦਾ ਹੈ, whereas ਅਦਰ ਨੋਬਲ ਪ੍ਰਾਈਜ਼ ਜਿਹੜੇ ਆਪਾਂ ਫਿਜ਼ਿਕਸ, ਕੈਮਿਸਟਰੀ ਵਗੈਰਾ ਦੇ ਡਿਸਕਸ ਕੀਤੇ, ਦੇ ਆਰ ਰਿਵੀਲਡ ਇਨ ਸਟਾਕਹੋਮ। ਠੀਕ ਹੈ ਜੀ, ਇੰਨਾ ਕੁ ਡਿਫਰੈਂਸ ਹੈ, ਇਹ ਆਪਾਂ ਯਾਦ ਰੱਖਣਾ ਹੈ। ਕਿਹੜੇ ਏਰੀਆ ਵਿੱਚ ਨੋਬਲ ਨਹੀਂ ਮਿਲਦਾ, ਯੂ ਵਿਲ ਟੈਲ ਮੀ। ਕਿਹੜੇ ਸਬਜੈਕਟ ਇੱਕ ਇਹੋ ਜਿਹਾ ਇੰਪੋਰਟੈਂਟ ਸਬਜੈਕਟ ਹੈ ਜਿਸ ਵਿੱਚ ਨੋਬਲ ਪ੍ਰਾਈਜ਼ ਨਹੀਂ ਦਿੱਤਾ ਜਾਂਦਾ, mention it in the comment box, it will be helpful for you in the examination, right? That is all for this discussion. If you have any doubt, query, you want to connect with us, message us at this number. Join the Telegram channel also for all the updates, videos, content and programs that we will be launching. The link is in the description below. That is all. Thank you so much for joining.